ਇਹ ਬੜੀ ਪਵਿੱਤਰ ਥਾਂ ਹੈ ਜਿੱਥੇ ਤੁਸੀਂ ਅੱਜ ਇੱਥੇ ਆਏ ਹੋ। ਇਸ ਥਾਂ ਦੇ ਉੱਤੇ 4 ਜਾਟ ਰੈਜੀਮੈਂਟ ਨੇ ਜਿਹੜਾ ਹੈ ਬੜੀ ਬਹਾਦਰੀ ਔਰ ਮੁਸਤੈਦੀ ਨਾਲ ਪਾਕਿਸਤਾਨ ਦਾ ਮੂੰਹ ਮੋੜ ਦਿੱਤਾ ਸੀਗਾ 1971 ਦੀ ਲੜਾਈ ਦੇ ਵਿੱਚ। ਪਾਕਿਸਤਾਨ ਜਿਹਨੂੰ ਪਾਕ ਕਹਿੰਦੇ ਨੇ, ਉਹ ਪਾਕ ਨਹੀਂ, ਉਹ ਨਾ ਪਾਕ ਹੈ। ਉਹਨਾਂ ਨੇ ਭਾਰਤ ਤੋਂ ਗੁੰਮਰਾਹ ਕਰਕੇ ਇੱਕਦਮ ਜਿਹੜਾ ਬੇਰੀ ਵਾਲੇ ਬਾਰਡਰ ਤੇ ਜਿਹੜਾ ਹੈ ਬੰਨ ਤੋਂ ਲੰਘ ਕੇ ਤੇ ਹਮਲਾ ਕੀਤਾ। इधर की लड़ाई में बांग्लादेश में आज़ाद करा रही थी हमारी सेना, बांग्लादेश में आज़ाद करा रही थी। उस टाइम पर ये हमारी फ़ौज सारी लगी हुई थी बॉर्डर पे। तो ये सिविल में आए थे गडरिया के बेस में, कम्बलों में कृपान राइफलें छिपा के आए थे। हमारी फ़ौज बैठी थी। हमारी फ़ौज ने ये सोचा कि ये हमारे सरदार हैं, किसान खेत से काम करके आ रहे हैं, इसलिए उन्होंने कुछ नहीं कहा। जब बैठे हुए हमला कर दिया तो बेरी वाला ब्रिज उन्होंने कब्जा कर लिया था। अपने पानी भरा था, नरमे की खेती थी और उसके अंदर लेट के उन्होंने लड़ाई की है। और वहाँ पर हमारे बेरी वाले ब्रिज पर 82 आदमी जो 4 जाट के हैं वो शहीद हो गए थे। ਟ੍ਰੇਨ ਦਾ ਪੁਲ ਸੀਗਾ ਇਹ। ਆਰਮੀ ਨੇ ਆਪਣਾ ਜਿਹੜਾ ਬੰਬ ਬਲਾਸਟ ਕਰਕੇ ਇਸ ਪੁਲ ਨੂੰ ਤੋੜ ਦਿੱਤਾ ਸੀਗਾ, ਔਰ ਜਿਹੜਾ ਤਾਂ ਕਿ ਦੁਸ਼ਮਣ ਦੇ ਜਿਹੜੇ ਟੈਂਕ ਹੈ ਜਾਂ ਗੱਡੀਆਂ ਜਿਹੜੀਆਂ ਉਹ ਫਾਜ਼ਿਲਕਾ ਦੇ ਅੰਦਰ ਐਂਟਰ ਨਾ ਹੋ ਜਾਣ, ਇਸ ਕਰਕੇ ਇਹਨਾਂ ਨੇ ਤੋੜ ਕੇ ਆਪਣਾ ਮੋਰਚਾ ਸੰਭਾਲਿਆ ਸੀਗਾ। ਸਮੇਂ ਫਾਜ਼ਿਲਕਾ ਤੇ ਕਬਜ਼ਾ ਹੋਣ ਜਾ ਰਿਹਾ ਸੀ। ਬਿਲਕੁਲ ਹੋ ਜਾਂਦਾ ਜੀ। ਅਗਰ ਫੌਜ ਮਾੜੀ ਜੀ ਢਿਲਮਸਤੀ ਕਰਦੀ ਔਰ ਫੌਜ ਜਿਹੜੀ ਆ ਆਪਣੀ ਮੁਸਤੈਦੀ ਨਾ ਦਿਖਾਉਂਦੀ ਤਾਂ ਹੋ ਸਕਦਾ ਇਹ ਫਾਜ਼ਿਲਕਾ ਤੇ ਕਬਜ਼ਾ ਕਰ ਜਾਂਦੇ। 18 तारीख को सुबह 7 बजे लेके शाम के 4 बजे तक डेड बॉडी उठाई गई, उठा कर इकट्ठी की गई, ढेर लगाया गया। जब फीता मारा तो 90 फीट लंबी 18 फीट चौड़ी डेड बॉडियों को बहुत ऊँचा ढेर लगा हुआ था। सामूहिक दाह संस्कार 4 बजे किया गया। उनके पवित्र फूल इस कलश में है, ये अस्थि कलश है। अच्छा, ऐसे फौजी हैं शहीद हुए, बच्चे पेट में थे, बाप को नहीं देखा, बेटे ने बाप को नहीं देखा, बाप ने बेटे को नहीं देखा। जो शहीद हो गए यहाँ आके रोते हैं तो मेरे भी यहाँ निकल आते हैं। फौजी जवानों की गल करिए, जेकर फौज साडे सरहदी खेतरां ते डटी हुई है तो असीं जिहड़ा दे घरे सुत्ते हुए हाँ। ਇਹ ਜਿਹੜੇ ਟੈਂਕਰਾਂ ਦੇ ਕੋਲ ਅਸੀਂ ਖੜੇ ਹਾਂ, ਅਸੀਂ ਫਾਜ਼ਿਲਕਾ ਦੇ ਸੁਲੇਮਾਨ ਬਾਰਡਰ ਦੇ ਨਾਲ ਲੱਗਦਾ ਪਿੰਡ ਆਸਫ ਵਾਲਾ ਉੱਥੇ ਪਹੁੰਚੇ ਹਾਂ, ਜਿੱਥੇ ਕਿ 1971 ਦਾ ਉਹ ਵੇਲਾ ਜਿਸ ਸਮੇਂ ਸਾਡੇ ਕਿੰਨੇ ਜਵਾਨ ਸ਼ਹੀਦ ਹੋਏ ਸੀ, ਜਿਸ ਦੀ ਗਿਣਤੀ 200 ਤੋਂ ਉੱਪਰ ਹੈਗੀ ਹੈ। ਪਰ ਇੱਕ ਵਿਕਟਰੀ ਹਾਸਲ ਕੀਤੀ ਸੀ ਪਾਕਿਸਤਾਨ ਦੇ ਜਿਹੜੇ ਹਮੇਸ਼ਾ ਪੰਜਾਬ ਦੇ ਨਾਲ, ਦੇਸ਼ ਦੇ ਨਾਲ ਜਿਹੜੇ ਉਹਨਾਂ ਦੇ ਜਿਹੜੇ ਅਜਿਹੇ ਕੰਮ ਹੈਗੇ ਨੇ, ਲੁੱਕੀ ਛਿਪੀ ਦਾ ਜਿਹੜਾ ਮਾਹੌਲ ਜਿਹੜਾ ਖੇਡ ਖੇਡਣਾ ਹਮੇਸ਼ਾ ਜਾਣਦੇ ਨੇ, ਉਹਨਾਂ ਦੇ ਵੱਲੋਂ ਫੌਜ ਦੇ ਉੱਪਰ ਹਮਲਾ ਕੀਤਾ ਗਿਆ ਸੀ। ਤਾਂ ਜਿਹੜੇ ਟੈਂਕ ਦੇ ਕੋਲ ਖੜੇ ਸੀ, ਇਹ ਵਿਜੇਤਾ ਟੈਂਕ ਹੈਗੇ ਨੇ ਜਿਸ ਸਮੇਂ 1971 'ਚ ਸਾਡੇ ਜਵਾਨ ਸ਼ਹੀਦ ਹੋਏ ਸੀ। ਇਹਨਾਂ ਟੈਂਕਾਂ ਦੇ ਨਾਲ ਲੜਾਈ ਲੜੀ ਸੀ ਤੇ ਜਿਹੜੀ ਵਿਕਟਰੀ ਹਾਸਲ ਕੀਤੀ ਸੀ। ਸਾਡੇ ਨਾਲ ਇਸ ਜਗ੍ਹਾ ਤੇ ਮੌਜੂਦ ਹੈਗੇ ਨੇ, ਜਿਹੜਾ ਇੱਥੇ ਆਸਫ ਵਾਲਾ ਜਿਹੜਾ ਮੈਮੋਰੀਅਲ ਜਿਹੜਾ ਇੱਕ ਜਗ੍ਹਾ ਬਣੀ ਹੋਈ ਹੈ ਜਿੱਥੇ ਸ਼ਹੀਦਾਂ ਦਾ ਸਾਰਾ ਦਿਖਾਵਾਂਗੇ ਤੁਹਾਨੂੰ। ਫੋਟੋਆਂ ਵੀ ਲੱਗੀਆਂ ਹੋਈਆਂ ਨੇ। ਜਾਟ ਰੈਜੀਮੈਂਟ ਜਿਹੜੀ ਕਿ ਇੱਥੇ ਉਸ ਸਮੇਂ ਡਟੀ ਹੋਈ ਸੀ। ਤਾਂ ਗੱਲਬਾਤ ਕਰਾਂਗੇ, ਸਾਡੇ ਨਾਲ ਲੋਕਲ ਵੀ ਹੈਗੇ, ਨਿਵਾਸੀ ਹੈਗੇ ਨੇ। ਸਰ, ਸਭ ਤੋਂ ਪਹਿਲਾਂ ਨਾਮ ਕੀ ਤੁਹਾਡਾ? ਮੇਰਾ ਨਾਮ ਸੁਭਾਸ਼ ਚੰਦਰ, ਫੋਰੈਸਟ ਰੇਂਜ ਅਫਸਰ ਰਿਟਾਇਰਡ ਮੈਂ ਹੈਗਾ ਜੀ। ਇਹ ਬੜੀ ਪਵਿੱਤਰ ਥਾਂ ਹੈ ਜਿੱਥੇ ਤੁਸੀਂ ਅੱਜ ਇੱਥੇ ਆਏ ਹੋ। ਇਸ ਥਾਂ ਦੇ ਉੱਤੇ 4 ਜਾਟ ਰੈਜੀਮੈਂਟ ਨੇ ਜਿਹੜਾ ਹੈ ਬੜੀ ਬਹਾਦਰੀ ਔਰ ਮੁਸਤੈਦੀ ਨਾਲ ਪਾਕਿਸਤਾਨ ਦਾ ਮੂੰਹ ਮੋੜ ਦਿੱਤਾ ਸੀਗਾ 1971 ਦੀ ਲੜਾਈ ਦੇ ਵਿੱਚ। ਔਰ ਕੁਝ ਆਪਣੇ ਜਵਾਨ ਜਿਹੜੇ ਸ਼ਹੀਦ ਹੋ ਗਏ, ਉਹਨਾਂ ਜਵਾਨਾਂ ਦਾ ਇੱਥੇ ਇਕੱਠਾ ਜਿਹੜਾ 238 ਜਵਾਨਾਂ ਦਾ ਸੰਸਕਾਰ ਕੀਤਾ ਗਿਆ ਸੀਗਾ ਜੀ। ਜਿਹੜੀ ਕਿ ਏਡੀ ਪਵਿੱਤਰ ਜਗ੍ਹਾ ਬਣੀ ਹੋਈ ਹੈ ਜਿੱਥੇ ਹਰ ਸਾਲ ਮੇਲਾ ਲੱਗਦਾ ਹੈ। ਉਹਨਾਂ ਪਰਿਵਾਰਾਂ ਦੇ ਲੋਕ ਜਿਹੜੇ ਵਾਰਸ ਜਿਹੜੇ ਇੱਥੇ ਆਉਂਦੇ ਆ ਤੇ ਇੱਥੇ ਉਹ ਸਾਲਗਿਰਹ ਉਹਨਾਂ ਦੀ ਮਨਾਉਂਦੇ ਆ। ਔਰ ਫੌਜ ਜਿਹੜੀ ਸਾਡੀ ਇੱਥੇ ਬੈਠੀ ਹੈ ਉਹ ਵੀ ਉਹਨਾਂ ਪੂਰਾ ਕੋਆਪਰੇਟ ਕਰਦੀ ਹੈ। ਬਿਲਕੁਲ, ਅਸੀਂ ਜਾਣੀਏ ਤਾਂ 238 ਜਵਾਨ ਜਿਹੜੇ ਸ਼ਹੀਦ ਹੋਏ ਸੀ ਉਸ ਸਮੇਂ, ਇਹ ਉਹ ਪਵਿੱਤਰ ਜਗ੍ਹਾ ਹੈਗੀ ਹੈ। ਜਾਟ ਰੈਜੀਮੈਂਟ ਸੀ ਤਾਂ ਇੱਥੇ ਸਾਹਮਣੇ ਵਿਕਟਰੀ ਦਾ ਸਾਈਨ ਲੱਗਿਆ ਹੋਇਆ ਹੈ। ਵਿਕਟਰੀ ਟਾਵਰ ਜਿਹੜਾ ਕਿ ਬਣਿਆ ਹੋਇਆ ਹੈ, ਇਹ ਉਸ ਸਮੇਂ ਜਿਹੜੀ ਵਿਕਟਰੀ ਹਾਸਲ ਕੀਤੀ ਸਾਡੇ ਫੌਜੀ ਜਵਾਨਾਂ ਨੇ, ਤਾਂ ਉਸ ਸਮੇਂ ਇੱਥੇ ਜਿਹੜਾ ਟਾਵਰ ਕੀਤਾ ਸੀ ਤਾਂ ਅੰਦਰ ਜਿਹੜੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ, ਇਹੀ ਜਗ੍ਹਾ ਜਿੱਥੇ ਕਿ ਉਹਨਾਂ ਦਾ ਦਾਹ ਸੰਸਕਾਰ ਕੀਤਾ ਗਿਆ ਸੀ। ਸਰ, ਇਹੀ ਜਗ੍ਹਾ ਤੇ ਉਹਨਾਂ ਨੂੰ ਮਤਲਬ ਦਾਹ ਸੰਸਕਾਰ ਕੀਤਾ ਗਿਆ ਸੀ? ਬਿਲਕੁਲ, ਉਹ ਇਸ ਤੋਂ ਥੋੜੀ ਜਿਹੀ ਹਟ ਕੇ ਪਰਲੇ ਪਾਸੇ ਸੰਸਕਾਰ ਕੀਤਾ ਗਿਆ ਸੀਗਾ, ਜਿਹੜੀ ਮੈਮੋਰੀਅਲ ਬਣਿਆ ਹੋਇਆ ਹੈ। ਔਰ ਇਹ ਮੈਮੋਰੀਅਲ ਦੇ ਵਿੱਚ ਜਿਹੜੇ ਲੋਕ ਜਿਹੜੇ ਹੈ ਹਰ ਸਾਲ ਔਰ ਹਰ VIP ਅਫਸਰ ਜਿਹੜਾ ਹੈ, ਹਰ VIP ਮੰਤਰੀ ਜਿਹੜਾ ਹੈ ਉਹ ਇੱਥੇ ਆ ਕੇ ਨਤਮਸਤਕ ਹੁੰਦਾ ਹੈ। ਔਰ ਇਹਨਾਂ ਸ਼ਹੀਦਾਂ ਤੋਂ ਬੜਾ ਆਸ਼ੀਰਵਾਦ ਮਿਲਦਾ ਹੈ। ਜਿਹੜਾ ਬੰਦਾ ਆ ਕੇ ਇੱਥੇ ਆਪਣੀ ਮਨੋਕਾਮਨਾ ਰੱਖ ਕੇ ਜਾਂਦਾ ਹੈ, ਉਹ ਪਰਮਾਤਮਾ ਔਰ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਮਾਲਕ ਉਹਨਾਂ ਦੀ ਆਪਣੇ ਆਪ ਪੂਰੀ ਕਰ ਦਿੰਦਾ ਹੈ। ਬਿਲਕੁਲ, ਅਸੀਂ ਇਹਨੂੰ ਸ਼ਹੀਦਾਂ ਦੀ ਧਰਤੀ ਕਹਿ ਸਕਦੇ ਹਾਂ। ਜਿਹੜਾ
ਇਹ ਵਿਕਟਰੀ ਸਾਈਨ ਜਿਹੜਾ ਹੈਗਾ ਇਸ ਦੀ ਕਿੰਨੀ ਜਿਹੜੀ ਹਾਈਟ ਹੋ ਸਕਦੀ ਹੈ ਇਹਦੀ? ਇਹ ਕਿੰਨੇ ਫੁੱਟ ਹੈ? ਇਹ 71 ਫੁੱਟ ਉੱਚਾ ਹੈ ਜੀ। ਇਹ 71 ਫੁੱਟ ਉੱਚਾ ਹੈ। ਇਹ ਕਿੰਨੇ ਫੁੱਟ ਉੱਚਾ ਇਹ ਵਿਕਟਰੀ ਸਾਈਨ ਹੈਗਾ? ये 71 फुट ऊंचा। ਜੀ ਜੀ। ਜਿਹੜੀ ਇਹ ਜਗ੍ਹਾ ਹੈਗੀ ਹੈ, ਤੁਸੀਂ ਇੱਥੇ ਕਿੰਨੇ ਟਾਈਮ ਤੋਂ ਇੱਥੇ ਸੇਵਾ ਕਰ ਰਹੇ मैं ਹੋ? 15 साल से केयर टेकर का काम कर रहा हूँ जी और यहाँ पर पूरा हिंदुस्तान के नमन करने आते हैं। जी और ये प्राइवेट कमेटी बनी हुई है, लिमिटेड है। जी और यहाँ पर त्रिकोण श्रृंखला आर्मी, जी सिविलियन, जी पुलिस, जी तीनों इनको देखभाल संभाल के करते हैं। ਬਿਲਕੁਲ। ਇਹ ਉਹ ਜਗ੍ਹਾ ਹੈਗੀ ਜਿਹੜੀ ਜਗ੍ਹਾ ਤੇ ਅਸੀਂ ਪਹੁੰਚੇ ਹਾਂ। ਇੱਥੇ ਜਿਹੜੀਆਂ ਸਾਡੇ ਸ਼ਹੀਦ ਜਵਾਨ ਜਿਹੜੇ ਹੋਏ ਸੀ ਉਹਨਾਂ ਦੀ ਇੱਥੇ ਜਿਹੜੀ ਬੋਡੀ ਦਾ ਦਾਹ ਸੰਸਕਾਰ ਕੀਤਾ ਗਿਆ ਸੀ। ਇੰਡੋ ਪਾਕ ਵਾਰ ਮੈਮੋਰੀਅਲ ਅਫਸਾਂ ਵਾਲਾ ਜਿਹੜਾ ਪਿੰਡ ਹੈਗਾ ਬਈ, ਜਿਹੜੀ ਇਹ ਜਗ੍ਹਾ ਹੈਗੀ, ਇਸ ਜਗ੍ਹਾ ਤੇ ਤੁਸੀਂ ਕਿੱਥੋਂ ਆਏ ਹੋ? ਅਸੀਂ ਜੀ ਜਲਾਲਾਬਾਦ ਤੋਂ ਆਏ ਆ ਅੱਜ ਸਪੈਸ਼ਲੀ ਜਿਹੜੀ ਇਹ ਧਰਤੀ ਆ ਸ਼ਹੀਦਾਂ ਦੀ ਧਰਤੀ। ਜੀ ਜੀ ਇੱਥੇ ਅਸੀਂ ਮੈਂ ਤਾਂ ਪਹਿਲੀ ਵਾਰ ਹੀ ਆਇਆ ਜੀ ਜੀ ਤੇ ਅਸੀਂ ਬਹੁਤ ਵਧੀਆ ਲੱਗ ਰਿਹਾ। ਸਾਡੇ ਪਿੱਛੇ ਜਿਹੜੇ ਜਵਾਨ ਸ਼ਹੀਦ ਹੋਏ ਆ, ਕਿਉਂ ਨਾ ਉਹਨਾਂ ਨੂੰ ਨਮਨ ਕੀਤਾ ਜਾਏ। ਉਹਨਾਂ ਦੀ ਸਮਾਧ ਤੇ ਆ ਕੇ ਅਸੀਂ ਅੱਜ ਉਹਨਾਂ ਨੂੰ ਸਿਰ ਝੁਕਾਉਂਦੇ ਆ। ਤੇ ਮੇਰੇ ਨਾਲ ਆਪਣੇ ਇੱਥੇ ਕਾਫੀ ਦੂਰੋਂ ਆਏ ਹੋਏ ਆ ਲੋਕ। ਮੇਰੇ ਨਾਲ ਆਪਣੇ ਬਠਿੰਡੇ ਤੋਂ ਵੀ ਆਏ ਨੇ, ਫਾਜ਼ਿਲਕਾ ਤੋਂ, ਹੋਰ ਕਈ ਥਾਵਾਂ ਤੋਂ ਆਏ ਨੇ ਇੱਥੇ। ਬਿਲਕੁਲ। ਅਸੀਂ ਅੱਗੇ ਜਾਂਦੇ ਆ ਜਿਹੜੀ ਜਗ੍ਹਾ ਹੈਗੀਆਂ ਨੇ। ਆਜੋ ਜੀ ਨਾਲ ਅਸੀਂ ਜਗ੍ਹਾ ਦੇ ਦੰਦ ਦਿਖਾਣੇ ਆ। ਤੁਸੀਂ ਕਿੱਥੋਂ ਆਏ ਹੋ ਜੀ? ਅਸੀਂ ਬਠਿੰਡਾ ਤੋਂ ਆਏ ਜੀ। ਅੱਛਾ ਅੱਛਾ। ਤੁਸੀਂ ਸਪੈਸ਼ਲ ਇੱਥੇ ਮੱਥਾ ਟੇਕਣ ਆਏ ਹੋ? ਹਾਂਜੀ ਹਾਂਜੀ। ਇਹ ਜਗ੍ਹਾ ਬਾਰੇ ਤੁਸੀਂ ਜਾਣਦੇ ਸੀ ਚੰਗੀ ਤਰ੍ਹਾਂ ਕਿ ਇੱਥੇ ਰਿਸ਼ਤੇਦਾਰਾਂ ਨੇ ਦੱਸਿਆ? ਨਹੀਂ ਜੀ, ਦੱਸਿਆ ਗਿਆ ਸੀ। ਅਸੀਂ ਫਿਰ ਇਸ ਕਰਕੇ ਆਏ ਆ ਵੀ ਜੋ ਸ਼ਹੀਦ ਹੋਏ ਆ 71 ਦੀ 65 ਦੀ ਜੰਗ ਦੇ ਵਿੱਚ, ਜਿਨ੍ਹਾਂ ਨੇ ਦੇਸ਼ ਦੀ ਖਾਤਰ ਕੁਰਬਾਨੀਆਂ ਕੀਤੀਆਂ, ਜੀ ਜੀ, ਤੇ ਉਹਨਾਂ ਨੂੰ ਸਿਰ ਨਿਵਾਉਣਾ ਆ। ਇੱਕ ਬਹੁਤ ਅੱਛੀ ਯਾਦਗਾਰ ਆ। ਇਹਦੇ ਨਾਲ ਜਿਹੜੇ ਸਾਡੇ ਹੋਰ ਨੌਜਵਾਨ ਆ ਉਹਨਾਂ ਨੂੰ ਵੀ ਪ੍ਰੇਰਨਾ ਮਿਲਦੀ ਹੈ ਦੇਸ਼ ਦੇ ਪਿਆਰ ਪ੍ਰਤੀ, ਕਿ ਸਾਡੇ ਜੋ ਦੇਸ਼ ਦੀ ਖਾਤਰ ਇਸ ਤਰ੍ਹਾਂ ਤੁਸੀਂ ਸਾਰਾ ਪਰਿਵਾਰ ਲੈ ਕੇ ਆਓ। ਮੈਂ ਵੇਖ ਰਿਹਾ ਪਰਿਵਾਰ ਨੂੰ ਨਾਲ ਲਿਆਣਾ। ਇੱਕ ਛੋਟੇ ਬੱਚਿਆਂ ਤੋਂ ਪਤਾ ਲੱਗਦਾ ਜਦੋਂ ਬੱਚੇ ਛੋਟੇ ਤੋਂ ਵੱਡੇ ਹੁੰਦੇ ਨੇ, ਜਦੋਂ ਬੂਟਾ ਲੱਗਦਾ ਤਾਂ ਬੂਟੇ ਤੋਂ ਬਾਅਦ ਫਲ ਲੱਗਦੇ ਨੇ ਬਈ, ਇਹ ਵੀ ਇੱਕ ਸਮਝ ਹੁੰਦੀ ਬੰਦੇ ਨੂੰ। ਹਾਂਜੀ ਹਾਂਜੀ, ਬੱਚਿਆਂ ਨੂੰ ਵੀ ਦਿਖਾਉਣਾ ਜ਼ਰੂਰੀ ਆ ਕਿ ਇਹਨਾਂ ਨੂੰ ਪਤਾ ਲੱਗੇ ਵੀ ਸਾਡੇ ਦੇਸ਼ ਦੀ ਖਾਤਰ ਅਸੀਂ ਕੀ ਕਰਨਾ ਅੱਗੇ ਜਾ ਕੇ। ਇਹਨਾਂ ਨੂੰ ਪ੍ਰੇਰਨਾ ਮਿਲਦੀ ਹੈ ਜੀ, ਇਸ ਕਰਕੇ ਇਹਨਾਂ ਨੂੰ ਬੱਚਿਆਂ ਨੂੰ ਅਸੀਂ ਦਿਖਾਉਣ ਆਏ ਆ ਨਾਲ। ਬਿਲਕੁਲ। ਅਸੀਂ ਹੁਣ ਗੱਲਬਾਤ ਕਰਾਂਗੇ ਜਿਹੜੀ ਇਹ ਜਗ੍ਹਾ ਹੈਗੀ, ਇਹ ਜਗ੍ਹਾ ਜਿਹੜੀ ਬਣੀ ਹੋਈ ਹੈ, ਇਸ ਦਾ ਜਿਹੜਾ ਨਾਮ ਲਿਖੇ ਹੋਏ ਨੇ ਸਾਰੇ ਜਿਹੜੀ? ਬਿਲਕੁਲ ਜੀ, ਇਸ ਉੱਤੇ ਸਾਰੇ ਸ਼ਹੀਦਾਂ ਦੇ ਨਾਂ ਲਿਖੇ ਹੋਏ ਆ ਔਰ ਫੋਰ ਜਾਟ ਰੈਜੀਮੈਂਟ ਦੇ ਜਿੰਨੇ ਵੀ ਸੀ ਉਹਨਾਂ ਦੀ ਸਮੇਤ ਫੋਟੋ ਆਪਣੇ ਲਾਇਬ੍ਰੇਰੀ ਦੇ ਵਿੱਚ ਲੱਗੇ ਆ। ਔਰ ਜਿੰਨੇ ਵੀ ਉੱਚ ਅਧਿਕਾਰੀ ਇਸ ਮੌਕੇ ਤੇ ਸੀਗੇ, ਜਰਨਲ ਸੂਰੀ ਵਰਗੇ ਸੀਗੇ। ਔਰ ਜਿਹੜੀ ਇਸ ਸਥਾਨ ਨੂੰ ਵੀ ਸਾਡੇ ਫਾਜ਼ਿਲਕਾ ਦੀ ਇੱਕ ਕਮੇਟੀ ਬਣੀ ਹੋਈ ਹੈ, ਜਿਹਦੇ ਵਿੱਚ ਆਰਮੀ ਵੀ ਸਮਰਪਿਤ ਹੁੰਦੀ ਹੈ ਔਰ ਪੁਲਿਸ ਵੀ ਸਮਰਪਿਤ ਹੁੰਦੀ ਹੈ। ਔਰ ਜਿਹੜੀ ਕਮੇਟੀ ਜਿਹੜੀ ਸ਼ਹਿਰ ਦੀ ਬਣੀ ਹੋਈ ਹੈ ਉਹ ਇਸ ਨੂੰ ਮੇਨਟੇਨ ਰੱਖਦੀ ਹੈ। ਇਹਦੇ ਵਿੱਚ ਬੱਚਿਆਂ ਪੜ੍ਹਾਈ ਵਾਸਤੇ ਸਕੂਲ ਵੀ ਹੈਗਾ, ਹਸਪੀਟਲ ਵੀ ਹੈਗਾ। ਸਾਰੀ ਸੁਵਿਧਾ ਇਸ ਸ਼ਹੀਦਾਂ ਦੀ ਸਮਾਧ ਤੋਂ ਸਾਰੇ ਲੋਕਾਂ ਨੂੰ ਮਿਲ ਰਹੀ ਹੈ। ਅਸੀਂ ਥੋੜਾ ਜਿਹਾ ਉਹ ਇਤਿਹਾਸ ਜਾਨਣਾ ਚਾਹਾਂਗੇ। ਤੁਸੀਂ ਇੱਥੇ ਲੋਕਲ ਰਹਿੰਦੇ ਹੋ, ਤੁਹਾਨੂੰ ਚੀਜ਼ਾਂ ਬਾਰੇ ਜ਼ਿਆਦਾ ਪਤਾ ਹੈ। ਜਦੋਂ ਇਹ ਜੰਗ ਸ਼ੁਰੂ ਹੋਈ ਸੀ ਉਸ ਸਮੇਂ, ਕਿਉਂਕਿ ਨਪਾਕ ਦੀ ਜਿਹੜੀਆਂ ਹਰਕਤਾਂ ਆਈਆਂ ਸ਼ੁਰੂ ਤੋਂ, ਜਿਹੜੀਆਂ ਅਟ ਏ ਟਾਈਮ ਜਿਹੜਾ ਦੇਸ਼ ਤੇ ਹਮਲੇ ਕਰਨੇ, ਕਦੇ ਵੀ ਇੱਥੋਂ ਰੈਕਟ ਆਉਂਦੇ ਨੇ, ਇੱਥੋਂ ਜਿਹੜਾ ਡਰੋਨ ਰੋਜ਼ਾਨਾ ਮਿਲਦੇ ਨੇ। ਇਹ ਘਟਨਾ ਜਦੋਂ ਹੋਈ ਸੀ ਤਾਂ ਉਹਦਾ ਇੱਥੇ ਕੀ ਇੰਸੀਡੈਂਟ ਸੀ? ਜਦੋਂ 1971 ਦੀ ਲੜਾਈ ਜਦੋਂ ਹੋਈ ਨਾ ਇੱਥੇ ਸ਼ੁਰੂ, ਉਦੋਂ ਬੜੀ ਫੌਜ ਬੈਠੀ ਸੀਗੀ ਤੇ ਉਹ ਪਾਕਿਸਤਾਨ ਜਿਹਨੂੰ ਪਾਕ ਕਹਿੰਦੇ ਨੇ, ਉਹ ਪਾਕ ਨਹੀਂ, ਉਹ ਨਾ ਪਾਕ ਹੈ। ਉਹਨਾਂ ਨੇ ਭਾਰਤ ਤੋਂ ਗੁੰਮਰਾਹ ਕਰਕੇ ਇੱਕਦਮ ਜਿਹੜਾ ਬੇਰੀ ਵਾਲੇ ਬਾਰਡਰ ਤੇ ਜਿਹੜਾ ਹੈ ਬੰਨ ਤੋਂ ਲੰਘ ਕੇ ਤੇ ਹਮਲਾ ਕੀਤਾ, ਜਿਹਦੇ 'ਚ ਸਾਡੇ ਬਹੁਤ ਜਵਾਨ ਜਿਹੜੇ ਹੈ ਉਹ ਮਾਰੇ ਗਏ। ਇਹ ਲੜਾਈ ਜਿਹੜੀ ਹੈ ਕਰੀਬ 15-16 ਦਿਨ ਲਗਾਤਾਰ ਚੱਲੀ। ਸ਼ਾਇਦ ਕਹਿੰਦੇ ਨੇ ਆਪਣੇ ਜਵਾਨਾਂ ਨੂੰ ਪਤਾ ਤੱਕ ਨਹੀਂ ਹੈਗਾ ਸੀ ਅਟ ਏ ਟਾਈਮ, ਕਹਿੰਦੇ ਨੇ ਉਹ ਇਹਨਾਂ ਨੇ ਆਪਣੇ ਭੁਲੇਖਾ ਦੇ ਕੇ ਇਹਨਾਂ ਤੇ ਹਮਲਾ ਕੀਤਾ ਹੈ। ਜੀ ਜਿਹੜੇ ਕਿ ਆਪਣੇ ਇਸ ਕਰਕੇ ਜਵਾਨ ਮਾਰੇ ਗਏ। ਔਰ ਜਿਹੜੀ ਆਪਣੀ ਰੈਜੀਮੈਂਟ ਸੀ ਜਾਟ, ਉਹ ਤਾਂ ਬਹੁਤ ਦਲੇਰ ਕੌਮ ਸੀਗੀ। ਫਿਰ ਉਹਨਾਂ ਨੇ ਮੂੰਹ ਤੋੜ ਕੇ ਜਵਾਬ ਦਿੱਤਾ ਪਾਕਿਸਤਾਨ ਨੂੰ, ਔਰ ਪਾਕਿਸਤਾਨ ਦੇ ਦੁਨੀਆ ਭਰ ਦੇ ਇਲਾਕਾ ਨੂੰ ਕਵਰ ਕਰ ਲਿਆ ਸੀਗਾ। ਔਰ ਉਹਨਾਂ ਦੇ ਟੈਂਕ ਟੂੰਕ, ਉਹਨਾਂ ਦੀਆਂ ਗੱਡੀਆਂ ਅਜੇ ਤੱਕ ਵੀ ਇੱਥੇ ਖੜੀਆਂ ਗੜ ਰਹੀਆਂ ਨੇ, ਜਿਹੜੀਆਂ ਕਿ ਆਪਣੇ ਹਿੰਦੁਸਤਾਨ ਦੀ ਫੌਜ ਨੇ ਕਾਬੂ ਕੀਤੀਆਂ ਸੀ। ਤੁਸੀਂ ਵੀ ਇੱਥੇ ਬੜੇ ਲੰਬੇ ਸਮੇਂ ਸੇਵਾ ਕਰ ਰਹੇ ਹੋ। ਉਸ ਸਮੇਂ ਅਟ ਏ ਟਾਈਮ ਹਮਲਾ ਕੀਤਾ ਗਿਆ ਸੀ ਫੌਜੀਆਂ ਜਵਾਨਾਂ ਤੇ, ਉਸ ਸਮੇਂ ਕੀ ਮਾਹੌਲ ਸੀ ਤੇ ਕਿਤੇ ਹੋਰ ਲੜਾਈਆਂ ਚੱਲ ਰਹੀਆਂ ਸੀ? ਇੱਥੇ ਇੰਨੀ ਘੱਟ ਫੌਜ ਹੈਗੀ ਸੀ? सर 71 की लड़ाई में बांग्लादेश में आज़ाद करा रही थी हमारी सेना। बांग्लादेश में आज़ाद करा रही थी। उस टाइम पर ये हमारी फौज सारी लगी हुई थी बॉर्डर पे। तो ये सिविल में आए थे गडरिया के बेस में, कम्बलों में कृपान राइफलें छिपा के आए थे। हमारी फौज बैठी थी। हमारी फौज ने ये सोचा कि ये हमारे सरदार हैं, किसान खेत से काम करके आ रहे हैं, इसलिए उन्होंने कुछ नहीं कहा। जब बैठे हुए हमला कर दिया तो बेरी वाला ब्रिज उन्होंने कब्जा कर लिया था। फिर हमारी 4 जाट, 15 राजपूत, 3 आसाम, 11 गोरखा
और BSF पंजाब होमगार्ड इन्होंने मिलके कोई गांव खाली कराए, लड़ाई करते रहे। बेरी वाले ब्रिज से आगे नहीं आने दिया था। ਅੱਛਾ, ਬੇਰੀ ਵਾਲਾ ਬ੍ਰਿਜ ਜਿਹੜਾ ਹੈਗਾ ਇੱਥੋਂ ਕੁਝ ਦੂਰੀ ਤੇ ਹੈਗਾ ਤੇ ਉੱਥੇ ਕੀ ਮਤਲਬ ਅੱਗੇ ਆਉਣ ਲਈ ਕੁਝ ਛੜਿਆ ਮਤਲਬ ਫੋਰਸ ਨੇ ਕੀ ਕੀਤਾ ਅਜਿਹਾ? फौज ने अपने पानी भरा था, नरमे की खेती थी और उसके अंदर लेट लेट के उन्होंने लड़ाई की है जी। और वहाँ पर हमारे बेरी वाले ब्रिज पर 82 आदमी जो फोर जाट के हैं वो शहीद हो गए थे। ਕਿੰਨੇ ਕੁ ਲਗਭਗ ਇੱਥੇ ਉਸ ਸਮੇਂ ਆਪਣੇ ਜਵਾਨ ਹੈਗੇ ਸੀ ਜਿਹੜੇ? उस टाइम लगभग हमारे 228 आदमी तो शहीद हो गए थे साहब, और 400-500 आदमी घायल थे हमारे। और अभी भी 21-21, 15-15, 12-12, 3-3, 6-6 गोलियां लगी हुई आदमी जीवित हैं जो हमारे यहाँ प्रोग्राम में आते हैं। ਬਿਲਕੁਲ ਅਸੀਂ ਅੰਦਰ ਮੱਥਾ ਟੇਕਾਂਗੇ, ਫਿਰ ਤੁਹਾਡੇ ਕੋਲ ਅੰਦਰ ਦਾ ਇਤਿਹਾਸ ਜਾਣਾਂਗੇ ਕਿਉਂਕਿ ਅੰਦਰ ਤਸਵੀਰਾਂ ਲੱਗੀਆਂ ਹੋਈਆਂ ਨੇ। ਇਹ ਉਹ ਜੋਤੀ ਸਮਾਰਕ ਜਿੱਥੇ ਕਿ ਸਾਰੇ ਆ ਕੇ ਮੱਥਾ ਟੇਕਦੇ ਨੇ ਕਿਉਂਕਿ ਇਹ ਉਹ ਪਵਿੱਤਰ ਜਗ੍ਹਾ ਜਿਨ੍ਹਾਂ ਨੇ ਆਪਣੇ ਜਾਨ ਦੇਸ਼ ਵਾਸਤੇ ਲਾਈ ਹੈ। ਸਾਡੇ ਸ਼ਹੀਦ ਜਵਾਨਾਂ ਦੀ ਜਿਹੜੀ ਜਗ੍ਹਾ ਹੈਗੀਆਂ ਇੱਥੇ ਲੋਕ ਮੱਥਾ ਟੇਕਦੇ। ये 90/18 चिता है। ਅੱਛਾ, ਨੀਚੇ ਜਿਹੜੀ ਇਹ ਚਿਤਾ ਹੈਗੀਆਂ ਸਾਰੀਆਂ जो 90/18 चिता है, 3 दिसंबर लेके 17 दिसंबर तक युद्ध चला था। अच्छा, 18 तारीख को सुबह 7 बजे लेके शाम के 4 बजे तक डेड बॉडी उठाई गई, उठा कर इकट्ठी की गई, ढेर लगाया गया। जब फीता मारा तो 90 फीट लंबी, 18 फीट चौड़ी डेड बॉडियों को बहुत ऊंचा ढेर लगा हुआ था। वो लकड़ी से, चंदन लकड़ी से, डीजल से, घेव से जैसे भी जलाई गई। उनको शाम को सामूहिक दाह संस्कार 4 बजे किया गया। उनके पवित्र फूल इस कलश में है, ये अस्थि कलश है। ਅੱਛਾ, ਬਿਲਕੁਲ ਜਿਹੜੇ ਜਵਾਨ ਸ਼ਹੀਦ ਹੋਏ ਸੀ ਉਹਨਾਂ ਦੇ ਪਵਿੱਤਰ ਫੁੱਲ ਇਹਦੇ ਵਿੱਚ ਨੇ। इनके बीच अस्थि कलश, राख और अस्थि इनके बीच में 90/18 चिता है ਜੀ ਜੀ। और 228 आदमी जो शहीद हुए हैं। और उसमें 15 राजपूत है, 3 आसाम है, आर्मड है, और BSF भी है, पंजाब होमगार्ड भी है, और 11 गोरखा भी है, और 4 जाट भी है। ਬਿਲਕੁਲ ਇੰਨੀ ਪਵਿੱਤਰ ਜਗ੍ਹਾ ਜਿਹੜੇ ਸਾਡੇ ਜਵਾਨ ਸ਼ਹੀਦ ਹੋਏ ਸੀ 228 ਸ਼ਹੀਦ ਹੋਏ ਸੀ ਤਾਂ ਉਹਨਾਂ ਦੇ ਜਿਹੜੇ ਪਵਿੱਤਰ ਫੁੱਲ ਜਿਹੜੇ ਸੀ ਇਸ ਜਗ੍ਹਾ ਦੇ ਵਿੱਚ ਦੇਖੋ ਕਿੰਨੀ ਪਵਿੱਤਰ ਜਗ੍ਹਾ ਜਿੱਥੇ ਤੁਹਾਨੂੰ ਇਸ ਸਮੇਂ ਹਮਦਰਦ ਦੀ ਅਸੀਂ ਟੀਮ ਪਹੁੰਚੇ ਹੋਏ ਆ ਜਿਹੜੇ ਸਪੈਸ਼ਲ ਅਸੀਂ ਇਸ ਜਗ੍ਹਾ ਤੇ ਕਵਰੇਜ ਕਰਨ ਦੇ ਲਈ। ਅਸੀਂ ਤੁਹਾਨੂੰ ਅੱਗੇ ਦਿਖਾਉਂਦੇ ਹਾਂ ਜਿੱਥੇ ਸਾਡੇ ਫੌਜੀ ਜਵਾਨਾਂ ਦੀਆਂ ਫੋਟੋ ਲੱਗੀਆਂ ਹੋਈਆਂ ਤੇ इसमें हमारी फाजिलका शहर की कमेटी बनी हुई है, वो किसी से पैसे नहीं मांगते हैं। इसमें श्री संदीप गल्होत्रा जी चेयरमैन हैं, बहुत बड़े आदमी हैं। डॉक्टर शशिकांत जी अंदर कैशियर हैं, और प्रफुल्ल नागपाल जी इसके जनरल सेक्रेटरी हैं, और लगभग 5-7 इसमें वकील हैं, कोई मास्टर है, कोई सेवा कर रहे हैं, बहुत सारे सेवा करते हैं। यहाँ कमाई किसी को नहीं है, यहाँ खर्चा है। और यहाँ 5 मेले लगते हैं, एक नहीं लगता है। शहीदों की चिताओं पर लगेंगे हर वर्ष मेले, हर वर्ष नहीं लगते, यहाँ 5 लगते हैं, साल च 5 मेले लगते हैं। क्योंकि यहाँ पर 2 बारी तो श्राद्ध होते हैं और भंडारे होते हैं। एक 16 दिसंबर को बहुत बड़ा भंडारा होता है जिसमें कम से कम ज़्यादा नहीं 6-7 हज़ार 8 हज़ार आदमी को खाना लंगर भुगताया जाता है। और श्राद्ध निकालते हैं। और 13 अप्रैल बैसाखी को भी उनका भंडारा होता है, और रामायण पाठ भी होते हैं, 2 बार रामायण पाठ होता है। और 15 अगस्त 26 जनवरी कोई मिनिस्टर आए फाजिलका ज़िले के अंदर, पहले यहाँ आएगा, नमन करेगा, उसके बाद झंडा फहराएगा। ਜੀ ਬਿਲਕੁਲ ਜਿਹੜੀ ਇਹ ਜਗ੍ਹਾ ਹੈਗੀ ਹੈ ਸਾਲ ਦੇ ਵਿੱਚ 5 ਵਾਰ ਇੱਥੇ ਮੇਲਾ ਲੱਗਦਾ, ਸ਼ਹੀਦਾਂ ਦੀ ਯਾਦ ਵਿੱਚ ਮੇਲਾ ਲੱਗਦਾ ਕਿਉਂਕਿ ਜਿਹੜੇ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਯਾਦ ਕਰਨ ਦੇ ਕੋਈ ਵੀ ਇੱਥੋਂ VIP ਆਂਦਾ, ਕੋਈ ਵੀ ਆਂਦਾ ਜਿੱਥੇ ਮੱਥਾ ਟੇਕ ਕੇ ਤੁਹਾਨੂੰ ਅੰਦਰਲੀਆਂ ਤਸਵੀਰਾਂ ਦਿਖਾਉਣੀਆਂ ਜਿੱਥੇ ਸਾਡੇ ਉਹ ਫੌਜੀ ਜਵਾਨ ਜਿਹੜੇ ਤੇ ਸ਼ਹੀਦ ਹੋਏ ਸੀ ਉਹਨਾਂ ਦੀ ਤਸਵੀਰਾਂ ਲੱਗੀਆਂ ਹੋਈਆਂ ਨੇ। ਇਹਨਾਂ ਬਾਰੇ ਵੀ ਅਸੀਂ ਸਾਰਾ ਜਾਣਾਂਗੇ। ਸਾਡੇ ਨਾਲ ਇੱਥੋਂ ਦੇ ਜਿਹੜੇ ਸੇਵਕ ਨੇ ਉਹ ਵੀ ਹੈਗੇ ਨੇ ਤੇ ਸਾਡੇ ਨਾਲ ਜੋ ਵੀ ਤੁਹਾਨੂੰ ਅਸੀਂ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਇਹ ਉਹ ਜਗ੍ਹਾ ਬਣਾਈ ਹੋਈ ਹੈ ਜਿਹੜਾ ਮਿਊਜ਼ੀਅਮ ਜਿਸ ਦੇ ਵਿੱਚ ਫੋਟੋਆਂ ਲੱਗੀਆਂ ਹੋਈਆਂ ਨੇ। ਅਸੀਂ ਸਭ ਤੋਂ ਜਿਹੜੀ ਅੰਦਰ ਮਿਊਜ਼ੀਅਮ 'ਚ ਜਿਹੜੀ ਸ਼ੁਰੂਆਤ ਹੈਗੀ ਇੱਕ ਤਸਵੀਰ ਬਣੀ ਹੋਈ ਹੈ। ਇਹ ਇੱਕ ਆਮ ਫੋਟੋ ਨਹੀਂ ਹੈਗੀ, ਅਸੀਂ ਸਮਝੀਏ ਕਿ ਆਮ ਫੋਟੋ ਹੈਗੀ ਹੈ। ਇਹ ਸਾਡੇ ਸ਼ਹੀਦ ਜਵਾਨਾਂ 'ਤੇ ਜਿਸ ਸਮੇਂ ਹਮਲਾ ਹੋਇਆ ਸੀ ਇਹ ਤਸਵੀਰ ਵੀ ਬਿਆਨ ਕਰ ਰਹੀ ਹੈ। ਜਿਹੜੇ ਸਾਈਡ ਤੋਂ ਦਿਖਾ ਰਹੇ ਨੇ ਜਿਹੜੇ ਨਾਪਾਕ ਜਿਹੜਾ ਕਿ ਲਗਾਤਾਰ ਜਿਹੜੇ ਕਿ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਤਾਂ ਇਹ ਜਿਹੜੇ ਇਸ ਸਮੇਂ ਇਸ ਸਾਈਡ ਤੋਂ ਐਂਟਰੀ ਕਰ ਰਹੇ ਨੇ। सर ये एंट्री कर रहे हैं, ये बेरी वाला पिंड हमारा गांव है जी। और ये हमारा बेरी वाला ब्रिज है। यहाँ हमारी फौज बैठी हुई थी और उन्होंने बैठे थे कृपाने, आप राइफल देख रहे हो, बैठे से ही हमला कर दिया था। बैलगाड़ियों से आए थे, पैदल आए थे। ये सामने अब बैलगाड़ी भी दिखेंगी, पैदल दिखेंगे, ये बेरी वाला गाँव दिखेगा। ਇਹ ਸਾਡੇ ਜਵਾਨ ਹੋਣੇ ਨਾ ਜਿਨ੍ਹਾਂ ਤੇ ਜਿਹੜੇ ਇਹ ਮਤਲਬ ਜਿਹੜੀ ਤਸਵੀਰ ਇਹਨਾਂ ਇਹ ਕਿਹਨਾਂ ਦੀ ਬਣਾਈ? ये पाकिस्तानी तस्वीरें हैं सारियाँ। ये हमारे जवान बैठे थे
बेफिक्र होकर ये सोच रहे थे हमारे किसान आ रहे हैं खेत से काम करते, तो उन्होंने बैठे भी हमला ਕਿਉਂਕਿ ਕਿਸਾਨ ਜੈ ਜਵਾਨ ਜੈ ਕਿਸਾਨ ਦਾ ਨਾਰਾ ਹੈਗਾ, ਕਿਉਂਕਿ ਜਿਹੜੇ ਫੌਜੀਆਂ ਦੇ ਨਾਲ ਬਹੁਤ ਪਿਆਰ ਹੁੰਦਾ, ਕਿਉਂਕਿ ਹਰ ਸਮੇਂ ਸਰਹੰਦਾਂ ਤੇ ਡਟੇ ਹੁੰਦੇ ਨੇ। ਇਹ ਤਸਵੀਰਾਂ ਜਿਹੜੀਆਂ ਉਹਨਾਂ ਤਸਵੀਰਾਂ ਹੈਗੀਆਂ ਜਿਨ੍ਹਾਂ ਨੇ ਇੱਕ ਕਿਸਾਨ ਦੇ ਰੂਪ 'ਚ ਸਿਵਲ ਦੇ ਰੂਪ ਵਿੱਚ ਆਏ ਸੀ ਤੇ ਸਾਡੇ ਫੌਜੀ ਜਵਾਨਾਂ ਦੇ ਉੱਪਰ ਜਿਹੜੇ ਬੈਠੇ ਹੋਏ ਸੀ, ਜਿਨ੍ਹਾਂ ਨੂੰ ਇਸ ਚੀਜ਼ ਦਾ ਅੰਦਾਜ਼ਾ ਤੱਕ ਨਹੀਂ ਸੀ ਤੇ ਉੱਤੇ ਹਮਲਾ ਕੀਤਾ ਸੀ, ਜਿਹੜੀਆਂ ਹਰਕਤਾਂ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ। ਇਹ ਜਿਹੜੀ ਆਪਣੇ ਲੱਗ ਰਹੀ ਆਪਾਂ ਨੂੰ, ਇਹ ਸਬੂਨਾ ਡਰੇਨ ਹੈਗੀ ਹੈ, ਜਿਹਦੇ ਕਿ ਪੁਲ ਦੇ ਉੱਤੋਂ ਦੀ ਪਾਕਿਸਤਾਨ ਜਿਹੜਾ ਹੈ ਉਹ ਬੇਰੀਵਾਲੇ ਨੂੰ ਇੰਟਰ ਕਰਕੇ ਸ਼ਹਿਰ ਨੂੰ ਇੰਟਰ ਕਰ ਰਿਹਾ ਸੀਗਾ। ਉਦੋਂ ਆਪਣੀ ਭਾਰਤ ਦੀ ਫੌਜ ਨੇ ਆਹ ਪੁਲ ਜਿਹੜਾ ਬੰਬ ਬਲਾਸਟ ਕਰਕੇ ਤੋੜ ਦਿੱਤਾ ਸੀਗਾ, ਤਾਂ ਕਿ ਦੁਸ਼ਮਣ ਦੇ ਟੈਂਕ ਵਗੈਰਾ ਇੱਧਰ ਨੂੰ ਨਾ ਆ ਜਾਣ। ਔਰ ਫਿਰ ਜਿਹੜਾ ਆਪਣੀ ਜਿਹੜੀ ਲੜਾਈ ਹੈ ਇਹਨਾਂ ਨੇ ਲੜੀ, ਬੜੇ ਸੁਚੱਜੇ ਢੰਗ ਨਾਲ ਲੜੀ, ਜਿਹੜੀ ਕਿ ਭਾਰਤ ਦੀ ਜਿੱਤ ਹੋਈ ਹੈ। ਇੱਕ ਦੂਸਰੀ ਤਸਵੀਰ ਜਿਸ ਦੇ ਵਿੱਚ ਇਹ ਜਿਹੜਾ ਪੁਲ ਹੈਗਾ ਜੋ ਸਰ ਦੱਸ ਰਹੇ ਸੀ, ਇਹ ਪੁਲ ਜਿਹੜਾ ਤੋੜਿਆ ਗਿਆ ਸੀ, ਇਹ ਆਪਣੀ ਆਰਮੀ ਨੇ ਇਹ ਤਸਵੀਰ ਦਿਖਾ ਹਾਂ, ਰਹੀ ਹੈ। ਇਹ ਤਸਵੀਰ ਦੇ ਉੱਤੇ ਜਿਹੜਾ ਆਪਣਾ ਦੱਸ ਸਕਦੇ ਹੋ? ਇਹ ਤਸਵੀਰ ਜਿਹੜੀ ਬਣੀ ਹੋਈ ਹੈ ਇਹ ਡਰੇਨ ਦੀ ਹੈ, ਜਿਹਦੇ ਵਿੱਚ ਡਰੇਨ ਦਾ ਪੁਲ ਸੀਗਾ। ਇਹ ਆਰਮੀ ਨੇ ਆਪਣਾ ਜਿਹੜਾ ਬੰਬ ਬਲਾਸਟ ਕਰਕੇ ਇਸ ਪੁਲ ਨੂੰ ਤੋੜ ਦਿੱਤਾ ਸੀਗਾ, ਔਰ ਜਿਹੜਾ ਤਾਂ ਕਿ ਦੁਸ਼ਮਣ ਦੇ ਜਿਹੜੇ ਟੈਂਕ ਹੈ ਜਾਂ ਗੱਡੀਆਂ ਜਿਹੜੀਆਂ ਉਹ ਫਾਜ਼ਿਲਕਾ ਦੇ ਅੰਦਰ ਇੰਟਰ ਨਾ ਹੋ ਜਾਣ, ਇਸ ਕਰਕੇ ਇਹਨਾਂ ਨੇ ਤੋੜ ਕੇ ਦੇ ਆਪਣਾ ਮੋਰਚਾ ਸੰਭਾਲਿਆ ਸੀਗਾ, ਜਿਹੜੇ ਕਿ ਫਿਰ ਦੁਸ਼ਮਣ ਦਾ ਇਹਨਾਂ ਨੇ ਆਪਣਾ ਮੂੰਹ ਮੋੜਿਆ ਸੀ। बिल्कुल आप देख सकते हो ये सेना पाकिस्तान की आ रही है बेरी वाले की तरफ से, ਜਿਹੜੀ ਇਹ ਸੈਨਾ पाकिस्तानी सेना आ रही है बेरी वाले से, पहले सिविल में आए थे। ਇਹ ਪਾਕਿਸਤਾਨ ਦੀ ਸੈਨਾ ਜਿਹੜੀ ਐਂਟਰ ਕਰ ਰਹੀ ਹੈ ਜੀ। ਇਹ ਆਪਣਾ ਜਿਹੜਾ ਰੂਪ ਬਦਲ ਕੇ ਆਈ ਸੀਗੀ, ਆਪਣੇ ਆਪ ਨੂੰ ਇਹ ਸ਼ੋਅ ਕਰਦੇ ਰਹੇ ਸੀ ਵੀ ਅਸੀਂ ਖੇਤੀ ਕਿਸਾਨ ਹੈਗੇ ਆ, ਨਾ ਕਿ ਅਸੀਂ ਫੌਜ ਨਾਲ ਲੜਨ ਵਾਸਤੇ ਆਏ। ਪਰ ਉਦੋਂ ਸਰਦੀ ਦਾ ਮੌਸਮ ਸੀਗਾ, ਇਹਨਾਂ ਨੇ ਬੁੱਕਲਾਂ ਮਾਰੀਆਂ ਸੀਗੀਆਂ, ਕਈਆਂ ਕੱਸੇ ਨਾਲ ਹੋਣੇ ਜਿਵੇਂ ਸਾਰਾ ਕਈਆਂ ਕੱਸੀਆਂ ਜਿਸ ਤਰ੍ਹਾਂ ਇਹਨਾਂ ਨੇ ਆਪਣਾ ਡਰਾਮਾ ਕੀਤਾ। ਪਰ ਆਪਣੀਆਂ ਬੁੱਕਲਾਂ ਦੇ ਵਿੱਚ ਇਹਨਾਂ ਨੇ ਆਪਣੀਆਂ ਗੰਨਾਂ ਲਗੋ ਕੇ ਰੱਖੀਆਂ ਹੋਈਆਂ ਸੀਗੀਆਂ, ਜਿਹੜਾ ਕਿ ਆਪਣੇ ਭਾਰਤ ਤੇ ਅਟੈਕ ਕੀਤਾ ਔਰ ਆਪਣੇ ਜਵਾਨ ਵੀ ਮਾਰ ਦਿੱਤੇ ਇਹਨਾਂ ਨੇ। ये बंकर कब्जे में कर लिए थे पाकिस्तानियों ने जी, ये हमारे बंकर थे, वो पाकिस्तानियों ने कब्जे में कर लिए थे। ਅੱਛਾ ਇਹ ਬੰਕਰਾਂ बंकर है गए हमारे ਅੱਛਾ ਇਹ ਬੰਕਰਾਂ ਤੇ ਕਬਜ਼ਾ ਕੀਤਾ ਸੀ ਉਸ ਸਮੇਂ धोखे में सिविल में, ਸਿਵਲ ਚ ਧੋਖੇ ਚ। फिर बाद में आर्मी आई उनकी टैंक थे आर्मी। ਅਸੀਂ ਇਸ ਤੋਂ ਬਾਅਦ ਅੱਗੇ ਜਿਹੜੀ ਇਹ ਤਸਵੀਰ ਹੈਗੀ, ਇਸ ਤੋਂ ਬਾਅਦ ਅੱਗੇ ਵੀ ਤਸਵੀਰ ਹੈਗੀ, ਜਿਹੜਾ ਸਾਰਾ ਮੈਪ ਬਣਿਆ ਹੋਇਆ ਇੱਥੇ ਜਿਹੜੀ ਤਸਵੀਰਾਂ ਹੈਗੀਆਂ ਨੇ, ਇਹਨਾਂ ਬਾਰੇ ਤੁਸੀਂ ਸਮਝਾਓ ਵੀ ਇਹ ਕੀ ਜਿਹੜੀ ਇਹ ਫੋਟੋਆਂ ਹੈਗੀਆਂ ਨੇ। ये जो हमारी आर्मी आई है, फिर उन्होंने हमला किया बैठ के लेट के, फिर ये पाकिस्तानी सेना को मार गिराया, सारा शहीद किया। ये पाकिस्तानी सेना को मारा हुआ है। ਡਰੇਨ ਦੇ ਉੱਤੇ ਜਿਹੜੇ ਮੋਰਚੇ ਸੰਭਾਲੇ ਫਿਰ ਆਪਣੀ ਫੌਜ ਨੇ, ਜਿਹਦੇ 'ਚ ਸਿੱਖ ਰੈਜੀਮੈਂਟ ਸੀ ਸਾਰੀ ਸੀਗੀ, ਇਹਨਾਂ ਨੇ ਫਿਰ ਆ ਕੇ ਜਿਹੜਾ ਆਪਣੇ ਮੋਰਚੇ ਸੰਭਾਲ ਕੇ ਔਰ ਦੁਸ਼ਮਣ ਦਾ ਫਿਰ ਨੱਕ ਮੋੜ ਦਿੱਤਾ ਇਹਨਾਂ ਨੇ, ਮਾਰ ਗੋਲੀਆਂ ਵੀ ਜਿਹੜੇ ਬਹੁਤ ਛੋਟੀ ਗਿਣਤੀ ਦੇ ਵਿੱਚ ਸੀ ਤੇ ਜਿਹੜੀ ਪਾਕਿਸਤਾਨ ਨਾਲ ਕੋਲ ਟੈਂਕਰ ਵੀ ਸੀ, ਹਰ ਜਿਹੜੇ ਸੀਗੇ। ਹਥਿਆਰ ਸੀ। ਪਰ ਭਾਰਤ ਦੀ ਫੌਜ ਨੇ ਬੜੀ ਕਾਮਯਾਬੀ ਔਰ ਬੜੀ ਮੁਸਤੈਦੀ ਨਾਲ ਜਿਹੜਾ ਹੈ ਬਾਰਡਰ ਤੇ ਕਬਜ਼ਾ ਹੋਣ ਤੋਂ ਬਚਾਇਆ, ਔਰ ਪਾਕਿਸਤਾਨ ਦੇ ਜਿਹੜੇ ਜਵਾਨ ਸੀ ਫਿਰ ਮਾਰਨੇ ਸ਼ੁਰੂ ਨਹੀਂ ਤਾਂ ਕੀਤੇ। ਉਸ ਸਮੇਂ ਫਾਜ਼ਿਲਕਾ ਤੇ ਕਬਜ਼ਾ ਹੋਣ ਜਾ ਰਿਹਾ ਸੀ। ਬਿਲਕੁਲ ਹੋ ਜਾਂਦਾ ਜੀ, ਅੱਛਾ ਜੀ। ਅਗਰ ਫੌਜ ਮਾੜੀ ਜੀ ਢਿਲਮਸਤੀ ਕਰਦੀ ਔਰ ਫੌਜ ਜਿਹੜੀ ਆ ਆਪਣੀ ਮੁਸਤੈਦੀ ਨਾ ਦਿਖਾਉਂਦੀ, ਤਾਂ ਹੋ ਸਕਦਾ ਇਹ ਫਾਜ਼ਿਲਕਾ ਤੇ ਕਬਜ਼ਾ ਕਰ ਜਾਂਦੇ। ਵੀ ਅੱਜ ਜਿਹੜਾ ਫਾਜ਼ਿਲਕਾ ਜਿਹੜੀ ਧਰਤੀ ਤੇ ਖੜੇ ਆ, ਸ਼ਾਇਦ ਪਾਕਿਸਤਾਨ 'ਚ ਹੁੰਦਾ। ਬਿਲਕੁਲ ਜਿਹੜੀ ਇਹ ਜਗ੍ਹਾ ਹੈਗੀ ਹੈ, ਸਾਡੇ ਜਵਾਨ ਅੱਗੇ ਵੀ ਅਸੀਂ ਕਹਿ ਚੁੱਕੇ ਹਾਂ, ਸਾਡੇ ਜਿਹੜੇ ਜਵਾਨ ਜੇਕਰ ਬਾਰਡਰਾਂ ਤੇ ਖੜੇ ਤਾਂ ਅਸੀਂ ਰਾਤ ਸੁੱਖ ਦੀ ਨੀਂਦ ਸੌਂਦੇ ਹਾਂ। ਇਹ ਸਾਡੇ ਜਵਾਨਾਂ ਦੀਆਂ ਫੋਟੋਆਂ ਨੇ, जवाना दी शहीदों की 4 जाट बटालियन के ਫੌਜ ਜੱਟ ਬਟਾਲੀਅਨ। ਇਹਨਾਂ ਸ਼ਹੀਦਾਂ ਦਾ ਪਰਿਵਾਰ ਇੱਥੇ ਆਉਂਦੇ ਆ ਟਾਈਮ आंदे हैं, हमेशा हर साल बुलाते हैं उन्हें, 2 बार 3 बार बुलाया जाता है उनको, जितने आ सकते आते हैं और उनको सम्मानित किया जाता है। और उनका रथ यात्रा बना के बाज़ार में उनको बिठा के रथ के ऊपर बिठा के शहर के अंदर घुमाया जाता है, फूलों की बारिश होती है। ਅੱਛਾ ਜੀ। ਅੱਛਾ ਜਿਹੜੇ ਇਹਨਾਂ ਦੇ ਪਰਿਵਾਰ ਆਉਂਦੇ ਆ, ਮਤਲਬ ਉਹਨਾਂ ਦੇ ਉੱਤੇ ਬਾਰਿਸ਼ ਕੀਤੀ ਜਾਂਦੀ ਇੰਨੀ ਜ਼ਿਆਦਾ, ਉਹਨਾਂ ਦਾ ਮਤਲਬ ਇੱਕ ਸਨਮਾਨ ਪਰਿਵਾਰ ਨੂੰ ਵੀ ਦਿੱਤਾ ਜਾਂਦਾ ਹੈ। ਬਿਲਕੁਲ ਇਸ ਤਰ੍ਹਾਂ ਉਹਨਾਂ ਨੂੰ ਇਹ ਯਾਦ ਹੁੰਦਾ ਹੈ ਕਿ ਸਾਡੇ ਬੱਚੇ ਇੱਥੇ ਸ਼ਹੀਦ ਹੋਏ ਸੀਗੇ, ਉਹ ਵੀ ਆਪਣੇ ਇਸ ਸਥਾਨ ਤੇ ਆ ਕੇ ਆਪਣਾ ਮੱਥਾ ਟੇਕਦੇ ਆ। ਔਰ ਸਾਡੇ ਪੰਜਾਬ ਵੱਲੋਂ ਵੀ ਕੋਈ ਨਾ ਕੋਈ VIP, ਮਾਨਯੋਗ ਮੁੱਖ ਮੰਤਰੀ ਸਾਹਿਬ ਜਾਂ ਇਸ ਰੈਂਕ ਦੇ ਗਵਰਨਰ ਸਾਹਿਬ, ਪਹਿਲਾਂ ਮਾਨਯੋਗ ਕੈਪਟਨ ਸਾਹਿਬ ਵੀ ਇੱਥੇ ਆਏ ਸੀ ਮੌਕੇ ਤੇ। ਬੜਾ ਤਕੜਾ ਇੱਥੇ ਪ੍ਰੋਗਰਾਮ ਸੀਗਾ ਆਰਮੀ ਦਾ, ਔਰ ਆਰਮੀ ਦਾ ਤਾਂ ਹਰ ਸਾਲ ਹੀ ਸਾਲ ਦੇ ਵਿੱਚ 2-4 ਵਾਰੀ ਹੁੰਦਾ ਪ੍ਰੋਗਰਾਮ। ਔਰ ਫਿਰ ਇੱਕ ਸਭ ਤੋਂ ਵੱਡੀ ਗੱਲ ਹੈ, ਸਾਡੀ ਆਰਮੀ ਜਿਹੜੀ ਬੈਠੀ ਹੈ, ਉਹ ਇਹਨਾਂ ਦੇ ਵਾਰਸਾਂ ਨੂੰ ਲੈ ਕੇ ਆਉਂਦੀ ਹੈ ਔਰ ਸ਼ਹਿਰ ਦੇ ਵਿੱਚ ਇੱਕ ਵਿਜੇ ਜਲੂਸ ਵੀ ਕੱਢਦੀ ਹੈ ਜੀ। ਔਰ ਉਸ ਵਿਜੇ ਜਲੂਸ ਦੇ ਵਿੱਚ ਇਹਨਾਂ ਦੇ ਵਾਰਸਾਂ ਨੂੰ ਲੈ ਕੇ ਪੂਰੇ ਸ਼ਹਿਰ ਦਾ ਰਾਊਂਡ ਲਗਵਾਉਂਦੀ ਹੈ, ਔਰ ਜਿਹੜੇ ਕਿ ਲੋਕ ਜਿਹੜਾ ਇਹਨਾਂ ਦਾ ਸਵਾਗਤ ਕਰਦੇ ਆ। ਇਸ ਤੋਂ ਬਾਅਦ ਇਹ ਜਗ੍ਹਾ ਜਿਹੜੀ ਇਹ ਮਤਲਬ ਜਿਹੜਾ ਲੱਗਿਆ ਹੋਇਆ ਯੁੱਧ ਦਾ ਜਿਹੜਾ ਇਹ ਵੀ ਜਗ੍ਹਾ ਦਾ ਬਾਰੇ ਦੱਸਿਆ, ਬਾਰੇ ਪੜਨ ਦੇ ਬਾਰੇ ਵੀ। ਇਹ ਜਿਹੜਾ ਇੱਥੇ ਜਿਹੜਾ ਇੱਕ ਇਹਨਾਂ ਨੇ ਲਿਖ ਕੇ ਲਾਇਆ ਹੈ,
ਉਹਦੇ ਵਿੱਚ ਸਾਰੀ ਫੌਜ ਦਾ ਜਿਹੜਾ ਹੈ ਉਹ ਇੱਕ ਵੇਰਵਾ ਦਿੱਤਾ ਹੋਇਆ ਹੈ ਵੀ ਫੌਜ ਇਸ ਤਰ੍ਹਾਂ ਜਿਹੜੀ ਕੰਪਨੀ ਦੀ ਸੀਗੀ ਇੱਥੇ, ਔਰ ਕਿਹੜੇ ਕਿਹੜੇ ਨੌਜਵਾਨ ਜਿਹੜੇ ਇੱਥੇ ਸੀਗੇ ਜਿਹੜੇ ਸ਼ਹੀਦ ਹੋਏ, ਉਹਨਾਂ ਬਾਰੇ ਆ ਕੇ ਇਸ ਮੈਮੋਰੀਅਲ ਦੇ ਵਿੱਚ ਸਭ ਕੁਝ ਉਹਨਾਂ ਦਾ ਵੇਰਵਾ ਦਿੱਤਾ ਹੋਇਆ, ਜਿਹੜਾ ਕਿ ਆ ਕੇ ਹਰ ਬੰਦਾ ਜਿਹੜਾ ਹੈ ਉਹ ਇਹਨਾਂ ਦਾ ਪੜ੍ਹਦਾ ਹੈ ਔਰ ਇੱਥੇ ਆ ਕੇ ਨਮਨ ਕਰਦਾ ਹੈ ਔਰ ਮਸਤਕ ਆਪਣਾ ਝੁਕਾਉਂਦਾ ਹੈ। 1971 ਦੇ ਦੱਸਿਆ ਗਿਆ ਕਿ ਸਾਰੇ 1971 ਕਿੰਨੀ ਡੇਟ ਸੀ ਜਿਹੜੀ ਇੱਥੋਂ ਜੰਗ ਸ਼ੁਰੂ ਹੋਈ ਸੀ ਤੇ ਕਦੋਂ ਖਤਮ ਹੋਈ ਸੀ? 3 दिसंबर से शुरू हुई है, 17 दिसंबर को ख़त्म, 16 दिसंबर को ख़त्म हुई है जी, और 18 का इनका दाह संस्कार हुआ था। 18 संस्कार हो गया। तो ये जो कमेटी के मेंबर हैं जी, एक राम रखा ठकराल हैं जिन्होंने अपनी आधा एकड़ ज़मीन को शहीदों के नाम दान कर दी थी जी, और बाकी इसके इस टाइम 5.5 एकड़ में, जिसमें एक हाई स्कूल है, एक प्राइमरी है, एक सब सेंटर है, एक डिस्पेंसरी है, एक आंगनबाड़ी है। ये ज़मीन शहीदों की है और ये कमेटी के मेंबर जो शहीद का नाम एक्सपायर हो चुके हैं, जो ये मौके पर हैं जी, इनको आप देख सकते हो, पढ़ सकते हो। संदीप गल्होत्रा जी बहुत यहाँ पर पैसा लगाते हैं। ਜੀ ਜੀ ਬਿਲਕੁਲ। ਅਸੀਂ ਅੱਗੇ ਵੀ ਜਾਣਾਂਗੇ ਸਾਰੇ ਇਤਿਹਾਸ ਬਾਰੇ। ਬਹੁਤ ਵੱਡੀ ਜਗ੍ਹਾ ਬਣੀ ਹੋਈ ਹੈ ਸਮਾਰਕ। ਅੱਛਾ ਜੀ, ये असम रेजिमेंट की हैं, जो असम की लिखा हुआ है, देख सकते हो आप। 67 ਪੈਦਲ ਬ੍ਰਿਗੇਡ ਦੇ ਥੱਲੇ ਪੂਰਾ ਵੇਰਵਾ ਦਿੱਤਾ ਹੋਇਆ ਕਿ ਇੱਥੇ ਜਿਹੜੇ ਜਦੋਂ ਜੰਗ ਹੋਇਆ ਸੀ ਕਿੰਨੇ ਇੱਥੇ ਟੈਂਕ ਸੀ, ਉਹਨਾਂ ਕੋਲ ਕਿੰਨੇ ਆਪਣੇ ਦੇਸ਼ ਵਾਸੀਆਂ ਕੋਲ ਟੈਂਕ ਸੀ, ਸਾਰਾ ਵੇਰਵਾ ਉਸ ਸਾਈਡ ਅਸੀਂ ਤੁਹਾਨੂੰ ਦਿਖਾਵਾਂਗੇ। जीप है लड़ाकू गिलगिट जीप, ये पाकिस्तान की गिलगिट जीप है, वो पाकिस्तानी हथियार हैं। इसके बाद ये 15 राजपूत सारी फोटो हैं। ਅੱਛਾ ਜੀ, ਜਦੋਂ ਜੰਗ ਜਿੱਤ ਲਈ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਖੋਹ ਲਈ ਸੀ ਜਿਹੜੀ? ये लड़ाई के टाइम ही खोई थी। ਅੱਛਾ, ਲੜਾਈ ਦੇ ਸਮੇਂ ਖੋਹ ਲਈ ਸੀ। हाँ, ਦੇਖੋ ਬਿਲਕੁਲ ਸਾਡੇ ਜਿਹੜੇ ਜਵਾਨ ਹੈਗੇ ਨੇ ਜੀਪ ਦੇ ਉੱਪਰ ਜਿਹੜਾ ਕਬਜ਼ਾ ਕੀਤਾ ਹੋਇਆ ਲੜਾਈ ਦੇ ਸਮੇਂ, ਉਹਨਾਂ ਦੇ ਜਿਹੜੇ ਹਥਿਆਰ ਸੀ, ਜਿਹੜੇ हथियार कब्जा किए हुए हैं, ਹਥਿਆਰਾਂ ਤੇ ਕਬਜ਼ਾ ਕੀਤਾ ਉਸ ਸਮੇਂ ਦਾ। छोड़ के मैदान भाज गए, वो कब्जे किए हुए हैं। ਪਾਕਿਸਤਾਨੀ ਜਿਹੜੇ ਭੱਜ ਗਏ ਸੀ ਉਸ ਤੋਂ ਬਾਅਦ ਕਬਜ਼ਾ ਕੀਤਾ। हाँ जी जी यस। ये पाकिस्तानी तोप है जो आज भी अपने ब्रिगेड में रखी हुई है। जी, ये 15 राजपूत ने लड़ाई के दौरान ही इसको खोई थी। ਅੱਛਾ, ਬਿਲਕੁਲ ਲੜਾਈ ਸਮੇਂ ਇਹ ਜਿਹੜੇ ਸਾਰੇ ਇੱਕ ਅੱਗੇ ਟੈਂਕਰ ਹੈਗਾ, ਇਹ ਟੈਂਕਰ ਵੀ ਉਸ ये राजपूत लड़ाई के समय ही खोया था। ਇਹ ਸ਼ੇਰਮਨ ਟੈਂਕ ਵੀ ਜਿਹੜਾ ਉਹ ਆਪਣੇ ਇੰਡੀਆ ਨੇ ਖੋਲਿਆ ਸੀ ਪਾਕਿਸਤਾਨ ਦਾ, ਇਹਦੀ ਵੀ ਫੋਟੋ ਇੱਥੇ ਅੰਦਰ ਲੱਗੀ ਹੋਈ ਹੈ। ਸ਼ੇਰਮਨ ਜਿਹੜਾ ਇਹ ਸਾਰੀ ਬਟਾਲੀਅਨ ਜਿਹੜੀ ਹੈਗੀ ਆ, ਸਾਰੇ ਸ਼ਹੀਦਾਂ ਦੀਆਂ ਫੋਟੋ, 228 ਸ਼ਹੀਦਾਂ ਦੀਆਂ ਫੋਟੋਆਂ ਇਹਨਾਂ ਜਿਹੜੀਆਂ ਦੁਆਰਾ ਹੈਗੀਆਂ ਨੇ, ਅਸੀਂ ਦੁਆਰਾ ਨਹੀਂ ਕਹਿ ਸਕਦੇ। ਇੱਕ ਜੀ, एक सिपाही है लैस नायक जी जी, और महावीर चक्र हैं। जी जी, वीर चक्र नहीं, महावीर चक्र, ये इसको आप पढ़ सकते हो, अंग्रेजी में लिखा हुआ है। ये कहाँ तक पाकिस्तान में अकेले पहुँच गया था, इसको आप पूरा ब्यौरा देखो। ਅੱਛਾ, ਇਹ ਪਾਕਿਸਤਾਨ ਤੱਕ ਪਹੁੰਚ ਗਏ ਸੀ। इसको तो कोई झूठ बोल नहीं सकता, लिखा हुआ है। ਬਿਲਕੁਲ। ਅਸੀਂ ਜਿਹੜੀ ਤਸਵੀਰ ਨੂੰ ਕੈਚ ਕਰਿਆ, ਤੁਸੀਂ ਸਾਡੇ ਚੈਨਲ ਦੇ ਮਾਧਿਅਮ ਸਾਰੇ ਪੜ੍ਹ ਵੀ ਸਕਦੇ ਹੋ ਕਿ ਜਿਹੜਾ ਸਾਰੀ ਹਿਸਟਰੀ ਅਸੀਂ ਇੱਥੋਂ ਦੀ ਕੈਚ ਕਰ ਰਹੇ। ਇਸ ਤੋਂ ਬਾਅਦ ਜਿਹੜੀ ਇਹ ਪੂਰੀ ਉਹ ਜਗ੍ਹਾ ਦੱਸਿਆ ਹੋਇਆ ਕਿ 1971 ਦੇ ਵਿੱਚ ਜਿਹੜੀ 1971 ਜੰਗ 'ਚ ਭਾਰਤ ਤੇ ਜਿਹੜਾ ਪਾਕ ਜੰਗ ਦਾ ਗਵਾਹ ਹੈ ਫਾਜ਼ਿਲਕਾ ਸ਼ਹਿਰ, ਸਨ 1971 'ਚ ਪਾਕਿਸਤਾਨ ਨੇ ਫਾਜ਼ਿਲਕਾ ਉੱਤੇ ਕਬਜ਼ਾ ਕਰਨ ਦਾ ਫੈਸਲਾ ਕੀਤਾ ਸੀ। ਤਾਂ ਜਿਹੜੀ 3 ਦਸੰਬਰ 1971 ਨੂੰ ਜਿਹੜੀ ਜੰਗ ਸ਼ੁਰੂ ਹੋਈ ਸੀ ਜੀ ਜੀ। पुल है वो मेरी वाला ब्रिज टूटा है, ये इस तरह टूटा पड़ा है। ਅੱਛਾ, ਹੁਣ ਵੀ ਟੁੱਟਿਆ ਹੋਇਆ? अभी भी इतिहास है, अभी देख सकते हो जाके। ਜੀ ਜੀ, ये ब्रिज वाला मेरी वाला ब्रिज है, ऐसा ही टूटा है। ਇਹ ਆਪਣੇ ਦੇਸ਼ ਦੀ ਫੌਜ ਨੇ ਤੋੜਿਆ ਸੀ। हाँ जी हाँ जी। ਇੱਥੋਂ ਮਤਲਬ ਉਹਨਾਂ ਦੀ ਐਂਟਰੀ ਹੋ ਰਹੀ ਸੀ ਪਾਕਿਸਤਾਨ ਦੀ, ਇਹਨੂੰ ਤੋੜ ਦਿੱਤਾ ਗਿਆ ਸੀ। ये जो पत्थर दिख रहे हैं ना, जी, जी। ये पाकिस्तानी ले आए थे टैंक निकालने के लिए, पर वो कामयाब नहीं होने दिया था। ਅੱਛਾ, ਉਹਨਾਂ ਪੱਥਰ ਜੋੜ ਕੇ ਇੱਕ ਟੈਂਪਰੇਰੀ ਪੁਲ ਬਣਾਉਣ ਵਾਸਤੇ ਸਾਜ਼ਿਸ਼ ਵੀ ਕੀਤੀ ਗਈ। की गई, और दिख रहे हैं, वहीं पड़े हैं, अभी भी पड़े, देख सकते हो। ਅੱਛਾ ਜੀ, अभी भी पड़े हैं, जाके देख सकते हो आप। जो यहाँ कमेटी के मेंबर हैं बहुत कब्जा करते हैं, वो बहुत ਜੀ ਜੀ ਬਿਲਕੁਲ। ਹਰ ਇੱਕ ਚੀਜ਼ ਉਹ ਜਗ੍ਹਾ ਜਿਹੜੀ ਸਾਰੀ ਤੁਹਾਨੂੰ ਦਿਖਾ ਰਹੇ ਹਾਂ, ਹਰ ਇੱਕ ਚੀਜ਼ ਨੂੰ ਜਿਹੜਾ ਇੱਥੇ ਕੈਚ ਕੀਤਾ ਹੋਇਆ ਹੈ। ਕੋਈ ਵੀ ਇੱਥੇ ਜਿਹੜੇ ਸਾਡੇ ਪੰਜਾਬ ਵਾਸੀ ਹੈਗੇ ਨੇ, ਸਾਡੇ ਦੇਸ਼ ਵਾਸੀ ਇੱਥੇ ਆ ਕੇ ਇਸ ਜਗ੍ਹਾ ਨੂੰ ਕਹਿੰਦੇ ਨੇ ਇੰਨੀ ਸ਼ਾਂਤੀ ਮਿਲਦੀ ਹੈ, ਜਿੱਥੇ ਸਾਡੇ ਸ਼ਹੀਦਾਂ ਦੇ ਸਮਾਰਕ ਬਣੇ ਹੋਏ ਨੇ। ਇੱਥੇ ਲੋਕ ਆ ਕੇ ਮੰਨਤਾਂ ਮੰਨਦੇ ਨੇ, ਮੈਂ ਸੁਣਿਆ। ਬਿਲਕੁਲ, ਇੱਥੇ ਆ ਕੇ ਲੋਕ ਮੰਨਤਾਂ ਮੰਨਦੇ ਔਰ ਉਹਨਾਂ ਦੀ ਪੂਰੀ ਵੀ ਹੁੰਦੀ ਹੈ ਜੀ। ਮੈਂ ਖੁਦ ਆਪ ਮੰਨੀ ਸੀਗੀ ਔਰ ਮੈਂ ਇੱਥੇ ਕੁਝ ਫੋਰੈਸਟ ਦੇ ਵਿੱਚ ਹੁੰਦੇ ਹੋਏ ਬੂਟੇ ਲਾਏ ਸੀ ਔਰ ਮੈਂ ਇਹ ਗੱਲ ਕਹੀ ਸੀਗੀ ਵੀ ਮੇਰੀ ਪ੍ਰਮੋਸ਼ਨ ਹੋ ਜਾਏਗੀ ਅਗਲੀ ਵਾਰੀ ਤੇ ਮੈਂ ਹੋਰ ਬੂਟੇ ਲਾਵਾਂਗਾ ਔਰ ਮੇਰੀ ਸਾਲ ਬਾਅਦ ਮੇਰੀ कोई आप मांग के देख लो, दिल से मांगोगे आवाज़ आएगी इस तरह कट के ਅੱਛਾ, अंदर बिल्कुल आवाज़ आएगी। आप जोत जलाओ, दीप जलाओ, फूल माल चढ़ाओ, अपने दिल से मांगो, आपको आवाज़ जरूर जाएगी। ਅੱਛਾ, ਦਿਲ ਤੋਂ ਵਾਜੋ ਤੇ ਆਪਾਂ ਨੂੰ ਆਵਾਜ਼ ਆएगी। हाँ, मैं अपने आवाज़ सुनाई ना, इस तरह की आएगी अंदर।
ਅੱਛਾ, ਜਦੋਂ ਮੰਨਤ ਮੰਨਾਂਗੇ ਤਾਂ ਦਿਲੋਂ ਮੰਨਤ ਮੰਨਾਂਗੇ ਤਾਂ ਆਵਾਜ਼ ਆਏਗੀ। आवाज़ आएगी। तो यहाँ पर जो क्या अपने वे हैं, उनकी लड़की की शादी भी हमारी कमेटी के मेंबरों ने ही जाके की। ऐसे ऐसे हैं फौजी हैं, शहीद हुए बच्चे पेट में थे, बाप को नहीं देखा, बेटे ने बाप को नहीं देखा, बाप ने बेटे को नहीं देखा। जो शहीद हो गए यहाँ आके रोते हैं तो मेरे भी यहाँ निकल आते हैं। ਬਿਲਕੁਲ, ਇਹ ਜਿਹੜੇ ਸੇਵਾਦਾਰ ਹੈਗੇ ਨੇ ਇੱਥੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨੇ। ਕਹਿੰਦੇ ਵੀ ਜਦੋਂ ਬੱਚੇ ਪੇਟ 'ਚ ਸੀ ਇੱਥੇ ਫੌਜੀ ਜਵਾਨ ਸ਼ਹੀਦ ਹੋਏ ਤਾਂ ਉਸ ਤੋਂ ਬਾਅਦ ਜਦੋਂ ਇੱਥੇ ਆਉਂਦੇ ਨੇ ਤਾਂ ਰੋਂਦੇ ਨੇ, ਕਿਉਂਕਿ ਇੱਕ ਮਾਂ ਪਿਓ ਨੂੰ ਜਿਹਨੂੰ ਦੇਖਿਆ ਨਹੀਂ ਹੁੰਦਾ, ਦੇਸ਼ ਵਾਸਤੇ ਜਿਹੜੀ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ, ਇਹ ਜਿਹੜੇ ਸੇਵਾਦਾਰ ਇੱਥੇ ਕਰ ਰਹੇ ਨੇ। ਜੋ ਵੀ ਅਸੀਂ ਇਤਿਹਾਸ ਤੁਹਾਨੂੰ ਦੱਸਿਆ, ਤੁਸੀਂ ਇੱਥੇ ਆ ਕੇ ਸਾਰੀ ਚੀਜ਼ ਇੱਥੇ ਗਵਾਹ ਹੈਗੀ, ਹਰ ਇੱਕ ਜਿਹੜੀ ਹਿਸਟਰੀ ਹੈਗੀ ਕਵਰ ਕੀਤੀ ਹੋਈ ਇੱਥੇ ਕੈਚ ਹੈਗੀ ਹੈ। ਜ਼ਿਆਦਾ ਸਮਾਂ ਲੈਂਦਾ ਹੋਇਆ ਇਜਾਜ਼ਤ ਚਾਹੁੰਦਾ ਤੁਹਾਡੇ ਤੋਂ। ਕੈਮਰਾ ਪਰਸਨ ਅਭਿਸ਼ੇਕ ਦੇ ਨਾਲ ਸੰਦੀਪ ਕੰਬੋਜ, ਫਾਜ਼ਿਲਕਾ।